हेलो फ्रेंड्स, वेलकम टू अवर ऑफिशियल यूट्यूब चैनल अर्न मनी जॉब्स। हाँ जी, आज आपका पटवारी का एग्जाम सी और मैं उम्मीद करती हूँ कि ਤੁਹਾਡਾ ਵਧੀਆ ਹੋਏਗਾ क्योंकि आपने मोस्टली क्वेश्चंस कवर ਹੋਏ ਸੀ ਉਹਦੇ ਵਿੱਚੋਂ ਹੀ ਪੇਪਰ ਆਇਆ कवर की कई क्वेश्चंस ਤਾਂ ਇਦਾਂ ਦੇ ਸੀਗੇ ਜਿਹੜੇ ਬਿਲਕੁਲ ਹੀ ਡਿਟੋ ਆਏ ਹੋਏ ਨੇ। ਠੀਕ ਹੈ, ਚਲੋ ਮੈਂ ਕੁਝ ਸੋਲਵ ਕੀਤੇ ਹੋਏ ਨੇ। देखो, चूज द करेक्ट ऑल्टरनेटिव इन द नंबर सीरीज ਦੇ ਵਿੱਚ ਘੱਟ ਡਿਫਰੈਂਸ ਸੀ। ਮੈਂ ਡਿਫਰੈਂਸ ਦੇਖ ਲਿਆ 66 55 44 33 22। दैट मींस नेक्स्ट ਵਿੱਚ ਹੁਣ ਅਸੀਂ 11 ਦਾ ਸਾਡੇ ਕੋਲ डिक्रीजिंग ऑर्डर से जा रही। दैट मींस ਕੀ ਹੋਏਗਾ 11 माइनस हो गया ਸਾਡੇ ਕੋਲ ਕਿੰਨਾ ਆ ਜਾਏਗਾ 94। नेक्स्ट चूज द मिसिंग टर्म्स इन दिस। मिसिंग टर्म्स ਤੁਸੀਂ ਚੂਜ਼ ਕਰਨੀਆਂ ਨੇ। मैं सब दियां की लिख लेती हूं, मैं सब दियां प्लेसेस लिख लेती हूं। वैसे लिखने की जरूरत नहीं सी, ਤੁਹਾਨੂੰ डायरेक्ट पता होना चाहिए +3 हो रहा है -1 हो रहा है +3 हो रहा है -1 होएगा। ठीक है, -1 हो गया f तो बाद e आ जाएगा ਤੇ ਫਿਰ ਕੀ ਹੋਏਗਾ +3 -1 ਫਿਰ +3 ਹੋਏਗਾ। g ਦਾ 7 ਹੈ ਤੇ 10 ਤੇ ਕੀ ਹੋਏਗਾ j ਤੇ ਸਾਡੇ ਕੋਲ ਇਹ ਆਨਸਰ ਆ ਜਾਏਗਾ। ਨੈਕਸਟ ਦੇਖੋ, ਚੂਜ਼ ਦਾ ਕਰੈਕਟ ਆਲਟਰਨੇਟਿਵ। ਘੱਟ ਡਿਫਰੈਂਸ ਸੀਗਾ, ਮੈਂ ਡਿਫਰੈਂਸ ਚੈੱਕ ਕੀਤਾ ਸਾਰਿਆਂ ਦੇ ਵਿੱਚ ਬਿਲਕੁਲ ਸੀਰੀਜ਼ ਬਿਲਕੁਲ ਆਸਾਨ ਆਈਆਂ ਨੇ। डिफरेंस वाली ही आई है, ज्यादा आई ही नहीं गया। इन्हां विच 2 दा डिफरेंस सी 4 दा सी 8 दा सी। दैट मींस हुण कितना हो जाना सी 16 दा कि मतलब पहला उनदा डबल फिर उस तो डबल हो जाना सी। फिर 17 दे विच कितना प्लस करना सी, दैट मींस 16 ते करके कितना आ जाना सी 33। ठीक है, नेक्स्ट देखो, चूज द करेक्ट ऑल्टरनेटिव। ऑल्टरनेटिव लभना है माउंटेन ते हिल दे विच असि कंपैरिजन करना है। हिल्स ते की पाए जांदे ने माउंटेन, इधर ट्री किथे पाए जांदे ने फॉरेस्ट दे विच। नेक्स्ट शो द रिलेटेड नंबर फ्रॉम द गिवन ऑल्टरनेटिव। आ भी आपा बिल्कुल डिट्टो सम आया होया है। 48 ਦਾ मतलब 7 ਦਾ ਸਕੁਅਰ -1, 122 ਦਾ मतलब 11 ਦਾ ਸਕੁਅਰ +1 ਤੇ ਇਹਦਾ ਕੀ ਹੋ ਗਿਆ 13 ਦਾ ਸਕੁਅਰ -1। दैट मींस नेक्स्ट प्राइम नंबर ਕੀ ਹੁੰਦਾ 17 ਤੇ 17 ਸਕੁਅਰ -1 ਹੈ। ਇਹ ਪ੍ਰਾइम ਨੰਬਰਸ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਜੇ ਸਾਡੇ ਕੋਲ ਓਡ ਨੰਬਰ ਦੀ ਗੱਲ ਹੁੰਦੀ ਫਿਰ 7 ਤੋਂ ਬਾਅਦ 9 ਆਣਾ ਸੀਗਾ। ਠੀਕ ਹੈ, ਤੁਹਾਨੂੰ ਇੱਕ ਪਤਾ ਲੱਗੇਗਾ ਜੇ 7 ਤੋਂ ਬਾਅਦ 11 ਆਇਆ ਤਾਂ दैट मींस ਇਹ ਕਿੰਨੀ ਗੱਲ ਕੀਤੀ ਗਈ ਹੈ ਪ੍ਰਾइम ਨੰਬਰਸ ਦੀ। ठीक है जी, तो ਇਹਦੇ ਵਿੱਚ ਕੀ ਹੋ ਗਿਆ ਹੁਣ 7 ਦਾ ਸਕੁਅਰ +1 7 ਦਾ ਸਕੁਅਰ 289 ਹੁੰਦਾ। 289 ਚ 1 ਪਲੱਸ ਕਰਾਂਗੇ 290। ਨੈਕਸਟ ਚੂਜ਼ ਦਾ ਓਡ ਵਨ ਆਊਟ। ਓਡ ਵਨ ਆਊਟ ਕੀ ਹੋਏਗਾ ਇਹਦੇ ਵਿੱਚ ਲਾਰਜ ਹੋਏਗਾ। ਜਿਹੜੇ ਬਾਕੀ ਦੇ ਤਿੰਨ ਨੇ ਉਹ ਕੀ ਨੇ ਸਾਨੂੰ ਕਿਸੇ ਨਾ ਕਿਸੇ ਚੀਜ਼ ਦਾ ਸਾਈਜ਼ ਦੱਸਦੇ ਪਏ ਨੇ। ਕਲੀਅਰ ਹੈ, ਚਲੋ ਕਮ ਟੂ ਦ ਨੈਕਸਟ। ਯੈਸ, ਕਮ ਟੂ ਦ ਨੈਕਸਟ। ਦੇਖੋ, ਇਨ ਅ ਸਰਟਨ ਲੈਂਗੁਏਜ ਸਾਈਟ ਨੂੰ ਆਹ ਵਾਲਾ ਵਰਡ ਦਿੱਤਾ ਗਿਆ ਤੇ ਰਿਵੀਲ ਨੂੰ ਕੀ ਦੇਣਾ ਹੈ, ਧਿਆਨ ਦੇਣਾ। ਇਹਦੇ ਵਿੱਚ ਕੀ ਹੋ ਰਿਹਾ ਦੇਖੋ, ਇਹ 19 ਪਲੇਸ ਤੇ ਹੈ, 9 ਤੇ ਹੈ, 7 ਤੇ ਹੈ, 8 ਹੈ ਤੇ ਇਹ 20 ਤੇ ਹੈ। ਕਲੀਅਰ ਹੈ, ਇਹ ਇਦਾਂ ਹੀ ਕਿਤੇ ਤੇ 6 ਤੇ ਹੈ, 22 ਤੇ ਹੈ, 20 ਤੇ ਹੈ ਤੇ ਇਹ u ਹੈ 21 ਤੇ g ਹੈਗਾ 7 ਤੇ। ਕਲੀਅਰ ਹੈ ਜੀ, ਸਾਡੇ ਕੋਲ ਕੋਈ ਮੈਚ ਇਦਾਂ ਨਹੀਂ ਕਰ ਰਿਹਾ। ਤੁਹਾਨੂੰ ਲੱਗਦਾ ਕੋਈ ਮੈਚ ਕਰ ਰਿਹਾ, ਬਟ ਇਹ h ਤੋਂ g ਹੋ ਰਿਹਾ, ਜਿੱਦਾਂ ਇਹ 8 ਤੋਂ 7 ਹੋ ਰਿਹਾ, ਇਹ 7 ਤੋਂ 6 ਹੋ ਰਿਹਾ। ਠੀਕ ਹੈ, ਕੋਈ ਨਹੀਂ ਬੰਦਾ ਪਿਆ, ਜਿੱਦਾਂ ਆ 20 ਤੋਂ 21 ਹੁੰਦਾ ਪਿਆ, मतलब ਇਹ 19 ਤੇ 20 ਵਾਲੇ ਦੋ ਹੀ ਵੱਡੇ ਨੇ ਨਾ। ਠੀਕ ਹੈ, ਤੇ ਜੇ ਮੈਂ ਕਹਾਂ ਕਿ 19 ਤੇ 20 ਵਾਲੇ ਦੋ ਹੀ ਵੱਡੇ ਨੇ ਤੇ 20 ਦਾ ਜੇ ਇੱਥੇ ਆ ਗਿਆ ਤੇ 19 ਦਾ ਐ ਹੋ ਰਿਹਾ, ਨਹੀਂ ਹੋ ਰਿਹਾ ਕੁਝ। दैट मींस ਕੀ ਹੋ ਰਿਹਾ, ਇਹਨਾਂ ਵਿੱਚ ਕਾਊਂਟਿੰਗ ਕਰ ਲਓ। ਠੀਕ ਹੈ, ਇਹਨਾਂ ਵਿੱਚ ਕਾਊਂਟਿੰਗ ਕਰਕੇ ਤੁਹਾਨੂੰ ਕਿੰਨੇ ਦਾ ਫਰਕ ਮਿਲੇਗਾ ਸਾਰਿਆਂ ਵਿੱਚ +13 ਦਾ। ਕਲੀਅਰ ਹੈ, मतलब 13 ਲੈਟਰਸ ਅੱਗੇ ਹੈ। ਜੇ ਤੁਹਾਡੇ ਕੋਲ ਸਪੋਜ਼ ਇਹ ਆ ਜਾਂਦਾ ਜਿੱਦਾਂ 9 ਤੇ ਹੈ ਆ 22 ਤੇ ਹੈ, 22 ਤੇ 9 ਦਾ ਡਿਫਰੈਂਸ ਕਿੰਨਾ 13। ਠੀਕ ਹੈ, ਇਹ 19 ਤੇ ਹੈ ਤੇ ਇਹ 6 ਤੇ ਹੈ, ਕਿੰਨਾ ਡਿਫਰੈਂਸ ਹੋ ਗਿਆ 13 ਦਾ। ਠੀਕ ਹੈ, ਇਹ 20 ਤੇ ਹੈ ਤੇ ਇਹ 7 ਤੇ। ਗੱਲ ਕੀ ਹੋ ਰਹੀ ਹੈ ਦੇਖ ਲਓ, 19 6 9 22 मतलब ਕੀ ਹੈ, ਇੱਕ ਫਾਰਵਰਡ ਹੋ ਰਿਹਾ ਹੈ। ਜਿੱਦਾਂ ਜਿੱਦਾਂ ਫਾਰਵਰਡ ਹੋ ਰਹੇ मतलब ਟੋਟਲ 13 ਦਾ ਫਰਕ ਹੈ। ਕਲੀਅਰ ਹੈ, ਜਦੋਂ ਵੀ ਕਾਊਂਟ ਕਰੋਗੇ 13 ਦਾ ਫਰਕ ਆਏਗਾ, ਦੇਖ ਲਓ। ਕਲੀਅਰ ਹੈ, ਇਦਾਂ ਹੀ ਕੀ ਹੈ, ਤੁਸੀਂ ਕੀ ਕਰਨਾ ਇਹਦੇ ਵਿੱਚ ਕੀ ਹੋ ਰਿਹਾ ਸੁਣ ਲਓ ਮੇਰੀ ਗੱਲ। ਇਹਦੇ ਵਿੱਚ ਕੀ ਹੈ, ਜਿਹੜਾ ਫਰਸਟ ਵਾਲਾ ਹੈ ਤੇ ਲਾਸਟ ਵਾਲਾ ਹੈ ਉਹਨਾਂ ਵਿੱਚ ਤਾਂ ਕੀ ਹੋ ਰਿਹਾ ਸਾਡੇ ਕੋਲ +13 ਤੁਸੀਂ ਕਹਿ ਲਓ। ਠੀਕ ਹੈ, ਸੌਰੀ -13 ਕਹਿ ਲਓ। -13 ਕਹਿਣ ਦਾ मतलब ਕਿ मतलब कह लो कि फर्क पै रहा उस चीज का कि जेड़ा S है तो उनकी रिवर्स वाली च आएगी 13 का फर्क। ठीक है, जेड़ा T है उनकी रिवर्स वाली विच आएगी ते इन्हां विच की हो रहा है, विचकार वाले विच की हो रहा है, अगे वाले जा रहे ने 9 च मतलब 13 प्लस हो रहा है। हुण जे आपां रिवील सोल्व करिए, आपां R ते L सोल्व करिए ते शायद साडे कोल आ जावे। दैट मींस की है, ਤੁਸੀਂ ਚਲੋ ਵਿਚਕਾਰ ਵਾਲੇ ਸੋਲਵ ਕਰ ਲਓ। e ਦਾ 5 ਹੈ, 5 ਚ +13 ਕਰ ਦੋਗੇ ਕੀ ਆ ਜਾਏਗਾ ਤੁਹਾਡੇ ਕੋਲ 18 मतलब r, ਦੂਜੇ ਤੇ r ਆ ਰਿਹਾ, ਸੈਕਿੰਡ ਤੇ ਮੇਰੇ ਕੋਲ ਮੇਰੀ ਗੱਲ ਸੁਣੋ, ਤੁਹਾਨੂੰ ਆ ਚੀਜ਼ ਲੱਭਣੀ ਹੈ। ਤੁਹਾਨੂੰ ਇਹਨਾਂ ਪਤਾ ਲੱਗ ਗਿਆ ਸਭ ਚ ਕਿੰਨੇ ਦਾ ਫਰਕ ਹੈ, 13 ਦਾ ਫਰਕ ਹੈ। ਕਿਸੇ ਚ ਪਲੱਸ ਹੋ ਰਿਹਾ, ਕਿਸੇ ਚ ਮਾਈਨਸ ਕਹਿ ਲਓ ਹੋ ਰਿਹਾ। ਠੀਕ ਹੈ, ਤੇ ਮੈਂ ਜਦੋਂ ਰਿਵੀਲ ਦਾ ਦੇਖਾਂਗੀ ਮੈਂ ਕੀ ਕੀਤਾ, ਮੈਂ r ਤੇ l ਦਾ ਮੈਨੂੰ ਕਰਨਾ ਥੋੜਾ ਜਿਹਾ ਡਿਫਿਕਲਟ ਲੱਗਾ, ਮੈਂ ਵਿਚਕਾਰ ਦੇਖ ਲਿਆ। ਇਹਨਾਂ ਮੈਂ ਕਰਾਂਗੀ, ਮੇਰੇ ਕੋਲ ਕੀ ਬਣ ਜਾਏਗਾ r, ਕਿਉਂਕਿ 5 ਹੈ ਤੇ 5 ਚ 13 ਪਲੱਸ ਕਰਾਂਗੇ 18 ਦੀ ਕੌਣ ਹੁੰਦਾ r।
ठीक है। इदां ही मैं इंदा करूंगी तो इंदा भी आर आ जाएगा। क्लियर है। ए दे विच प्लस 13 करूंगी 14 मतलब एन आ जाएगा। ठीक है। तो मेरा एक कितने आ रहा है आर आर एन, दैट मींस आ रहा, बाकी चेक करने की जरूरत ही नहीं। सेकंड प्लेस से वैसे ਤੁਹਾਨੂੰ सेकंड प्लेस से पता लग गया सी मेरा सेकंड प्लेस से आ रहा है, मेरा कितने भी सेकंड प्लेस से आ नहीं है, दैट मींस दिस इज माय राइट, दिस इज माय करेक्ट आंसर। क्लियर है। इतना चूज करने सीगे, पेपर बहुत सौखा सी, बस गल ये है कि टाइम तुसी कितना करके आए हो ये नहीं मेनू पता। ठीक है जी। चलो नेक्स्ट देखो, हुन ये तो बहुत ही इजी आया है। उन्होंने की किया होया, तुसी ध्यान दवो, ग्लेयर नु आ कोड दिता होया, मॉनसून नु आ कोड दिता होया, ਉਹ ਕਹਿੰਦੇ रैनसम ਦਾ ਲੱਭੋ। ਤੁਸੀਂ ਦੇਖੋ ਜਿਹੜੇ रैनसम ਦੇ ਸਾਰੇ ਲੈਟਰਸ ਉਹਨਾਂ ਵਿੱਚ ਐਗਜ਼ਿਸਟ ਕਰ ਰਹੇ ਨੇ, मतलब R ਨੂੰ ਕਿਹੜਾ ਮਿਲਿਆ ਹੋਇਆ 1 ਤੇ 1 ਦੀ ਸਾਰੀ ਸਟਾਰਟਿੰਗ, मतलब ਆਪਾਂ रैनसम ਦਾ ਚੂਜ਼ ਕਰਨਾ ਹੈ, ਸਭ ਦੀ 1 ਦੀ ਸਟਾਰਟਿੰਗ ਹੁੰਦੀ ਪਈ ਹੈ। ਠੀਕ ਹੈ। M ਦਾ ਲੱਭੋ, ਕਿਉਂਕਿ ਮੇਰਾ ਲਾਸਟ ਦਾ ਵੇਖੋ M ਦਾ ਕੀ ਹੈ ਇੱਥੇ ਦਿੱਤਾ ਹੋਇਆ, ਉਹਨਾਂ ਨੇ ਮਾਨਸੂਨ ਨੂੰ ਕੀ ਦਿੱਤਾ ਹੋਇਆ 2, मतलब लास्ट ਤੇ 2 ਆਏਗਾ, ਪਰ ਸਭ ਦਾ ਲਾਸਟ ਤੇ 2 ਹੈ, ਹੋਰ ਕਿ ਉਹਨਾਂ ਨੇ ਤੁਹਾਨੂੰ ਇੰਨਾ ਥੋੜਾ ਸੌਖਾ ਪੇਪਰ ਦੇਣਾ ਸੀਗਾ। ਹੁਣ ਦੇਖੋ A ਦੀ ਫਾਈਂਡ ਆਊਟ ਕਰ ਲਓ, A ਦਾ ਕੀ ਇਹਦੇ ਵਿੱਚ ਆਂਦਾ ਪਿਆ 8, ਮੈਂ 8 ਲਿਖ ਲਿਆ, ਪਰ ਇਹਨਾਂ ਸਭ ਦਾ 8 ਆਂਦਾ ਪਿਆ। ਹੁਣ N ਦਾ ਦੇਖ ਲਓ, मतलब ਜੇ ਇੱਕ ਵਾਰ ਚ ਨਹੀਂ ਲੱਭਦਾ ਪਿਆ ਫਿਰ ਤੁਸੀਂ ਵਿਚਕਾਰ ਵਾਲੇ ਵੀ ਫਾਈਂਡ ਆਊਟ ਕਰ ਲਓ, ਪਰ ਪਹਿਲਾਂ ਫਰਸਟ ਤੇ ਲਾਸਟ ਵੀ ਹੀ ਟਰਾਈ ਕਰੋ, ਜਾਂ ਫਿਰ ਵਿਚਕਾਰ ਵੀ ਟਰਾਈ ਕਰ ਸਕਦੇ ਹੋ। ਚਲੋ N ਦਾ ਦੇਖੋ ਕੀ ਹੈ, N ਦਾ 9 ਹੈ, 189 189 ਇਹਨਾਂ ਦੋਨਾਂ ਵਿੱਚ, मतलब ਇਹ ਤਾਂ ਮੇਰੇ ਦੋਨੇ ਹੀ ਕੈਨਸਲ ਹੋ ਗਏ ਇੱਥੇ। ठीक है। वैसे ਉਹਦਾ ਮੇਰਾ डायरेक्ट कैंसिल हो रहा सी। ਹੁਣ देखो S ਦਾ ਮੈਂ ਵੇਖਾਂਗੀ, S ਦਾ ਕਿੰਨਾ ਦਿੱਤਾ 5। ठीक है। S ਦਾ 5 आ गया, दैट मींस 18953 इज माय आंसर। क्लियर है। नेक्स्ट देखो ਉਹਨਾਂ ਨੇ ਕੀ ਗੱਲ ਕਹੀ, पॉइंटिंग टू केतन नम्रता सेड, नम्रता कह रही है, ਹੁਣ कौन कह रही है, नम्रता कह रही है, ये पॉइंटिंग वाला आ गया ਤੁਹਾਨੂੰ। देखो पॉइंटिंग टू केतन नम्रता सेड, नम्रता बोल रही है ही इज सन ऑफ माई फादर्स ओनली सन, माई फादर्स, माई मेरे फादर, मतलब किंदे मेरे फादर दे ओनली सन दा ओ सन है। समझ की गल, मेरे फादर दे, देखो नम्रता कह रही है, नम्रता कह रही है, नम्रता कह रही ही इज सन ऑफ माई फादर्स ओनली सन, माई फादर्स मतलब इथे ओने आपदा फादर बनाता, माई फादर्स मतलब इथे कुछ भी है, सानू नम्रता तो ये नहीं कहना जज कर लेना कि कुड़ी है ना, कुड़ी नहीं जज करनी। ठीक है। वो कहते ओ मेरे फादर दे ओनली सन दा बेटा है, मेरे फादर दे, वो कह रही है आ इथे है, कह रही है मेरे फादर दे ओनली सन दा बेटा है। क्लियर है। ते मतलब ओनली सन है, दैट मींस वो की होगी, डॉटर होगी नम्रता। क्लियर है। ते हुन देखो उन्होंने कहा हाउ इज केतन, आ केतन हो गया, आ केतन हो गया ना। ठीक है। के वो कहते केतन दी मदर, ते केतन दी मदर कौन होएगी, आ होएगी। ठीक है। वो कहते केतन दी मदर नम्रता, ए नम्रता है, ए नम्रता, क्योंकि नम्रता कह रही है ना, नम्रता ने पहले आधा रिलेशन दिता है, केतन दी मदर, सॉरी केतन दी मदर का नम्रता नाल की रिलेशन है, नम्रता की हो गई ਉਹਦੇ ਹਸਬੈਂਡ ਦੀ ਸਿਸਟਰ, दैट मींस सिस्टर इन लॉ इज राइट आंसर। ठीक है। ਤੁਸੀਂ ਹੁਣ ਤੱਕ ਜਿੰਨੇ 9 ਕੁਐਸਚਨ ਸੋਲਵ ਕੀਤੇ ਨਾ, ਉਹ ਆਪਣੇ ਸਾਰੇ ਕੀਤੇ ਹੋਏ ਨੇ, ਇੱਥੇ ਅੱਗੋਂ ਵੀ ਦੇਖਣਾ ਸਾਰੇ ਕੀਤੇ ਹੋਏ ਹੋਣਗੇ। ਯੈਸ। ਨੈਕਸਟ ਕੁਐਸਚਨ ਦੇਖੋ, ਅਮਿਤ ਵੋਕ ਪਹਿਲੀ ਗੱਲ ਤਾਂ 30 ਮੀਟਰ ਵਗੈਰਾ ਦਿੱਤਾ ਹੈ, ਤੁਸੀਂ ਆਪਸ਼ਨਸ ਵੱਲ ਧਿਆਨ ਦੇਣਾ, ਆਪਸ਼ਨਸ ਮੈਨੂੰ ਸਿਰਫ डायरेक्शन ਦੱਸ ਰਹੀਆਂ, ਇਸ ਕਰਕੇ ਮੈਂ ਮੀਟਰਸ ਮੂਟਰਸ ਦਾ ਧਿਆਨ ਨਹੀਂ ਰੱਖੂੰਗੀ। ਅਮਿਤ ਨੇ ਈਸਟ ਵੱਲ ਤੁਰਨਾ ਸਟਾਰਟ ਕੀਤਾ, अमित ने ईस्ट वाल तुरना स्टार्ट किया। ठीक है। तुर के राइट टर्न लिया। ठीक है जी। राइट टर्न लिया। क्लियर है। राइट टर्न ले लिया, मैं वो नहीं बना रही हूं डिस्टेंस, क्योंकि मैं डिस्टेंस चाहिए ही नहीं। ठीक है। फिर 40 मीटर तुरिया, ये अपना काम नहीं गा। देन ही टुक अ लेफ्ट टर्न, उन्हें इथों लेफ्ट टर्न लिया, लेफ्ट टर्न लेके किधर नु गया, वॉक 30 मीटर इन विच डायरेक्शन। ਹੁਣ ਉਹ ਕਿਹੜੀ ਡਾਇਰੈਕਸ਼ਨ ਦਾ ਸਟਾਰਟਿੰਗ ਪੁਆਇੰਟ ਤੋਂ, ਦੇਖੋ ਸਟਾਰਟਿੰਗ ਇਧਰ ਤਾਂ ਈਸਟ ਹੁੰਦਾ, ਇਹਨਾਂ ਦਾ ਤੁਹਾਨੂੰ ਪਤਾ ਈਸਟ ਹੈ, ਬਟ ਉੱਪਰ ਹੋ ਗਿਆ, ਇਹ ਨੀਚੇ ਹੋ ਗਿਆ, दैट मींस साउथ ईस्ट ਵੱਲ ਹੈ। क्लियर है। नीचे है तो उधर है, नाले की है साउथ ईस्ट हो गया। नेक्स्ट बिल्कुल आप किते हुए क्वेश्चंस ने, और मैं होप करदी हां तुसी सब सही करके आए होंगे। नेक्स्ट देखो, विच ऑफ द फॉलोइंग डायग्राम इंडिकेट द बेस्ट रिलेशन। देखो ये वाला आप चैप्टर कवर नहीं किया, आप करांगे ये वाला भी। हुन देख लो, टीचर्स मेंस एंड ऑथर्स है, ਤੁਸੀਂ ਰਿਲੇਸ਼ਨ ਫਾਈਂਡ ਆਊਟ ਕਰਨਾ ਹੈ। ਮੈਂ ਤੁਹਾਨੂੰ ਪਹਿਲਾਂ ਇਹਦੇ ਵਿੱਚ ਦੱਸਦੀ ਆ, ਟੀਚਰਸ ਹੈ, ਟੀਚਰਸ ਮੈਨ ਵੀ ਹੋ ਸਕਦੇ ਨੇ, ਆਥਰਸ, मतलब ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਵਿੱਚ ਰਿਲੇਸ਼ਨ ਵੇਖੋ ਕਿਦਾਂ ਦਾ ਹੈ, ਕਿ ਮੈਂ ਕਹਾਂ ਆ ਸਮ ਟੀਚਰਸ ਆਰ ਮੈਨ, ਠੀਕ ਹੈ, ਸਮ ਟੀਚਰਸ ਆਰ ਮੈਨ, some teachers are authors, some men are authors, some men are teachers, some authors are teachers,
ਇਹ ਨਹੀਂ ਹੋਏਗਾ, ਕਿਉਂਕਿ ਜੇ ਆਪਾਂ ਇੱਥੇ ਟੀਚਰ ਮੈਨ ਤੇ ਆਥਰ ਬਣਾਉਂਦੇ ਆ, ਠੀਕ ਏਦਾਂ ਹੋ ਸਕਦਾ ਸਮ ਟੀਚਰਸ ਆਰ ਮੈਨ, ਠੀਕ ਹੈ, ਫਿਰ ਉਸ ਤੋਂ ਬਾਅਦ ਸਮ ਮੈਨ ਆਰ ਆਥਰ, ਤੇ ਕੀ ਗੱਲ ਟੀਚਰਸ ਆਥਰ ਨਹੀਂ ਹੋ ਸਕਦੇ? ਯੈਸ অর ਨੋ? ਇਸ ਕਰਕੇ ਬੈਸਟ ਰਿਲੇਸ਼ਨ ਆ ਬਣਦਾ ਪਿਆ। ਇਹ ਰਿਲੇਸ਼ਨ ਉਦੋਂ ਹੁੰਦਾ ਹੈ, ਸਪੋਜ਼ ਕਰੋ ਮੈਂ ਕਹਾਂ ਇੱਕ ਕਾਲਜ ਦੇ ਵਿੱਚ all ਸਟੂਡੈਂਟਸ, ਮਤਲਬ ਆਫ ਪਾਰਟਿਕੂਲਰ ਕਾਲਜ, ਕਿਸੇ ਕਾਲਜ ਦਾ ਕਹਾਂ ਨਾਮ, ਠੀਕ ਹੈ, ਮੈਂ ਕਹਾਂ ਇਸ ਡਿਪਾਰਟਮੈਂਟ ਇਸ ਕਾਲਜ ਦੇ ਵਿੱਚ ਹੈ, ਠੀਕ ਹੈ, ਉਹਦੇ ਵਿੱਚ ਇੰਨੇ ਸਟੂਡੈਂਟਸ ਹੈ, ਉਹਦੇ ਵਿੱਚ ਇੰਨੇ ਕੀ ਹੈ, ਟੋਟਲ ਇੱਕ ਕਾਲਜ ਹੈ, ਕਾਲਜ ਦੇ ਅੰਦਰ ਦੀ ਗੱਲ ਕੀਤੀ ਗਈ ਨਾ, ਤੇ ਫਿਰ ਦੈਟ ਮੀਨਸ ਇਹ ਹੋਏਗੀ ਉਹਦੇ ਵਿੱਚ, ਮਤਲਬ ਉਹਦੇ ਵਿੱਚ ਸਾਰਾ ਸਟੂਡੈਂਟਸ ਕਵਰ ਹੋ ਗਏ ਇੱਕ ਡਿਪਾਰਟਮੈਂਟ, ਤੇ ਉਹ ਡਿਪਾਰਟਮੈਂਟ ਪੂਰਾ ਇੱਕ ਕਿੰਦੇ ਵਿੱਚ ਹੈ, ਕਾਲਜ ਦੇ ਵਿੱਚ ਹੈ, ਠੀਕ ਹੈ, ਇਹ ਇਦਾਂ ਦੀ ਗੱਲ ਹੋਏਗੀ, ਠੀਕ ਹੈ ਜੀ। ਚਲੋ ਆਪਾਂ ਕਰਾਂਗੇ ਡਿਸਕਸ ਇਹ ਵਾਲਾ ਚੈਪਟਰ, ਕੋਈ ਗੱਲ ਨਹੀਂ, ਕਲੀਅਰ ਹੈ, ਪਰ ਇਹਦਾ ਆਨਸਰ A ਹੈ ਤੁਹਾਡਾ, ਕਲੀਅਰ ਹੈ ਜੀ। ਚਲੋ ਕਮ ਟੂ ਦਾ ਨੈਕਸਟ। ਯੈਸ ਨੈਕਸਟ ਦੇਖੋ, A is greater than 3। ਦੇਖੋ ਜਿਹੜਾ ਆਪਾਂ ਚੈਪਟਰ ਹੁਣ ਰੀਜ਼ਨਿੰਗ ਦਾ ਕਰ ਰਹੇ ਨਾ, ਇਹ ਬੇਸਿਕਲੀ ਉਦਾਂ ਦਾ ਕੁਐਸਚਨ ਹੈ, ਪਰ ਇਹਦੇ ਵਿੱਚ ਗੱਲ ਨੰਬਰਸ ਦੀ ਕੀਤੀ ਗਈ ਹੈ, ਇਸ ਕਰਕੇ ਇਹਨਾਂ ਦੇ ਸੈਟਸ ਦੀ ਫਾਰਮ ਦੇ ਵਿੱਚ ਬਣ ਜਾਂਦੇ ਨੇ। ਉਹ ਕਹਿੰਦੇ ਆ ਕਿ ਇੱਕ ਨੰਬਰ ਹੈ, ਸਪੋਜ਼ ਕਰ ਮੈਂ ਇੱਥੇ ਬਣਾ ਵੀ ਦਿੰਨੀ ਆ, ਇੱਕ ਨੰਬਰ ਹੈ ਜਿਹੜਾ ਕੀ ਹੈ ਗ੍ਰੇਟਰ ਦੈਨ ਹੈ, ਗ੍ਰੇਟਰ ਤਾਂ 3 ਤੋਂ ਹੈ, ਠੀਕ ਹੈ, ਬਟ ਲੈਸ ਦੈਨ 8 ਹੈ, ਕਲੀਅਰ ਹੈ। ਆਲਸੋ ਉਹੀ ਸੇਮ ਨੰਬਰ ਉਹਨਾਂ ਨੇ ਕਿਹਾ ਗ੍ਰੇਟਰ ਦੈਨ 6, ਗ੍ਰੇਟਰ 6 ਤੋਂ ਹੈ ਬਟ ਲੈਸ ਦੈਨ 10 ਹੈ, ਇਹਨਾਂ ਦੇ ਨਾ ਸੈਟਸ ਬਣ ਜਾਂਦੇ ਆ। ਮਤਲਬ ਕੀ ਹੈ x ਕਿੰਦੇ ਇਕੁਅਲ ਹੋ ਜਾਏਗਾ, ਦੇਖੋ x ਇਹਦੇ ਵਿੱਚ ਕਿਹੜੇ ਕਿਹੜੇ ਨੰਬਰਸ ਆ ਗਏ, x ਦੇ ਸੈਟਸ ਦੀ ਫਾਰਮ ਦੇ ਵਿੱਚ ਬਣ ਜਾਂਦੇ ਨੇ ਕਿ 3 ਤੋਂ ਜ਼ਿਆਦਾ ਵਾਲੇ 4 5 6 7 ਤੇ ਲੈਸ 8 ਤੋਂ ਵਾਲੇ, ਇਹਦਾ ਸੈਟ ਆ ਬਣ ਗਿਆ। ਇਹਦਾ ਸੈਟ ਕੀ ਬਣ ਜਾਏਗਾ, ਉਹ ਕਹਿੰਦੇ ਸੇਮ ਹੈ ਚੀਜ਼, ਉਹ ਨੰਬਰ ਸੇਮ ਹੈ, ਉਹ ਨੰਬਰ ਦੱਸਣਾ ਸੀ ਕਿਹੜਾ ਹੈ, ਕਿ ਉਹਨਾਂ ਨੇ ਕੀ ਗੱਲ ਕਹੀ ਹੈ 6 ਤੋਂ ਜ਼ਿਆਦਾ ਹੈ, 6 ਤੋਂ ਜ਼ਿਆਦਾ ਮਤਲਬ 7 ਤੋਂ ਸਟਾਰਟ ਹੋਏਗਾ, 7 8 ਤੇ 10 ਤੋਂ ਘੱਟ ਹੈ ਤੇ 9, ਤੇ ਦੋਨਾਂ ਵਿੱਚੋਂ ਦੇਖੋ ਕਾਮਨ ਕਿਹੜਾ ਆ ਰਿਹਾ ਹੈ, ਕਾਮਨ ਕਿਹੜਾ ਆ ਰਿਹਾ ਉਹ ਨੰਬਰ, ਦੈਟ ਇਜ਼ ਦ 7 ਐਂਡ ਯੂਰ ਆਨਸਰ ਇਜ਼ ਦ 7। ਕਲੀਅਰ ਹੈ, ਕਲੀਅਰ ਹੈ ਜੀ, ਠੀਕ ਹੈ। ਨੈਕਸਟ ਦੇਖੋ ਇਨ ਅ ਰੋ ਆਫ ਬॉयज, ਇਹ ਵੀ ਆਪਾਂ ਕੀਤਾ ਹੋਇਆ, A is 13 from the left and D is 17th from the right. If in this row A is 11th from the right, then what is the position of D from the left hand? ਦੇਖੋ ਇੱਕ ਚੀਜ਼ ਧਿਆਨ ਦੇਣਾ, ਉਹਨਾਂ ਨੇ ਕੀ ਗੱਲ ਕਹੀ ਹੈ, A ਕੀ ਹੈ 13 from the left, A ਦੀ 13 ਹੈ ਲੈਫਟ ਤੋਂ, ਠੀਕ ਹੈ, D ਦੀ 17th ਹੈ ਰਾਈਟ ਤੋਂ, ਠੀਕ ਹੈ, D ਦੀ। ਫਿਰ ਉਹਨਾਂ ਨੇ ਕੀ ਗੱਲ ਕਹੀ ਹੈ A 11th ਹੈ from right, ਇਹ ਹੁਣ ਸਾਨੂੰ ਨਹੀਂ ਪਤਾ ਇੱਥੇ ਹੋਏਗਾ ਕਿੱਦਾਂ ਹੋਏਗਾ ਕਿੱਦਾਂ ਨਹੀਂ ਹੋਏਗਾ, D ਦੀ ਅਸੀਂ ਲੈਫਟ ਤੋਂ ਦੱਸਣੀ ਹੈ, ਸਿੰਪਲ ਜੀ ਗੱਲ ਹੈ, D ਦੀ ਅਸੀਂ ਲੈਫਟ ਤੋਂ ਦੱਸਣੀ ਹੈ, ਤੇ ਮੈਨੂੰ ਕੋਲ A ਦੀ ਦੋਨੋਂ ਪਾਸੇ ਹੈਗੀ ਹੈ, ਤੇ ਮੈਂ ਟੋਟਲ ਨੰਬਰ ਆਫ ਸਟੂਡੈਂਟਸ ਵਾਲਾ ਫਾਰਮੂਲਾ ਲਗਾ ਸਕਦੀ ਹਾਂ ਕਿ ਮੇਰੇ ਕੋਲ ਕੀ ਆ ਜਾਣਗੇ, ਮੇਰੇ ਕੋਲ ਟੋਟਲ ਨੰਬਰ ਆਫ ਸਟੂਡੈਂਟਸ ਆ ਜਾਣਗੇ ਨਾ ਕੀ 13 plus 11 minus 1 14 minus 1 मतलब 13 टोटल स्टूडेंट्स है, ठीक है। ਤੇ ਜੇ ਮੇਰੇ ਕੋਲ ਟੋਟਲ ਨੰਬਰ ਆਫ ਸਟੂਡੈਂਟਸ ਆ ਗਏ ਨੇ ਤੇ ਮੈਂ D ਦੀ ਪੋਜੀਸ਼ਨ ਦੇ ਨਾਲ ਹੈਲਪ ਉਹਦੀ ਕਰਕੇ ਉਸ ਦੀ ਹੈਲਪ ਦੇ ਨਾਲ ਉਹਦੀ ਪੋਜੀਸ਼ਨ ਫਰਮ ਲੈਫਟ ਤੋਂ ਕੱਢ ਸਕਦੀ ਆ। 13 17 1 L माइनस 4 1 इज इक्वल नहीं एक सेकंड 13 होती है फ्रॉम द 13 फ्रॉम द लेफ्ट एंड 11 13 प्लस 11 सॉरी 24 आना है इत्थे सो सॉरी 24 दैट इज 23 ठीक है। इन दी हेल्प दे नाल टोटल नंबर ऑफ स्टूडेंट्स दी हेल्प दे नाल आपां डी दी पोजीशन फ्रॉम द लेफ्ट कट लांगे। डी दी फ्रॉम राइट की है 17th लेफ्ट ਅਸੀਂ फाइंड आउट करनी -1 ਤੇ 23 -16 17 ਚੁੱਕ ਗਏ 16 ਹੁੰਦੇ 16 ਉਧਰ ਆ ਕੇ ਮਾਈਨਸ ਦਾ ਹੋ ਜਾਏਗਾ ਜਦੋਂ 23 ਚੋਂ 16 ਗਏ 13 ਚੋਂ 6 ਗਏ 7 मतलब ऑन दी 7th पोजीशन है फ्रॉम द लेफ्ट डी दी क्लियर है। Yes, come to the next now. If 13th January 2003 was Thursday, what was the day on the 2nd March 2003? ਧਿਆਨ ਨਾਲ ਦੇਖਣਾ ਉਹਨਾਂ ਨੇ ਕੀ ਗੱਲ ਕਹੀ ਹੈ ਸਾਨੂੰ ਇਹਦੇ ਵਿੱਚ ਧਿਆਨ ਨਾਲ ਦੇਖੋ 30th January 2003 ਹੈ 30th January 2003 ਨੂੰ ਕੀ ਹੈ ਇਸ ਦਿਨ ਡੇ ਕਿਹੜਾ Thursday दिन आप दसना कदों दा 2 मार्च का 2003 ਦਾ ਹੀ ठीक है। ਤੁਹਾਨੂੰ ਇਹਨਾਂ ਪਤਾ 2003 लीप ईयर नहीं गा इन्नी गल ध्यान रखना मतलब
ਇਸ ਦਿਨ ਥਰਸਡੇ ਸੀਗਾ। ਟੋਟਲ ਦਿਨ ਕਾਊਂਟ ਕਰੋ, ਫਰਵਰੀ ਵਿੱਚ ਹੀ ਆ ਗਿਆ। ਫਰਵਰੀ ਦੇ ਕਿੰਨੇ ਦਿਨ ਹੁੰਦੇ ਨੇ 28। ਇੱਕ 31 ਜਨਵਰੀ ਦਾ ਇੱਕ ਦਿਨ ਉਹ ਹੋ ਗਿਆ। ਆ ਨਹੀਂ ਮੈਂ ਕਾਊਂਟ ਕੀਤਾ, ਮੈਂ 31 ਜਨਵਰੀ ਕਾਊਂਟ ਕੀਤਾ। ਠੀਕ ਹੈ, ਮੈਂ ਆ ਨਹੀਂ ਕਾਊਂਟ ਕੀਤਾ, ਮੈਂ ਇੱਕ ਕਿਹੜਾ ਕਰ ਲਿਆ ਕਾਊਂਟ 1 ਮਾਰਚ ਵਾਲਾ। ਮਤਲਬ ਟੋਟਲ ਕਿੰਨੇ ਦਿਨ ਹੋ ਗਏ? 30 ਦਿਨ ਹੋ ਗਏ। ਕਲੀਅਰ ਹੈ? ਧਿਆਨ ਮੇਰੀ ਗੱਲ ਦੱਸਣਾ, ਜੇ 30 ਜਨਵਰੀ ਨੂੰ ਸਪੋਜ਼ ਕਰੋ 30 ਦਿਨ 30th ਡੇ ਬਾਅਦ 30 ਜਨਵਰੀ ਨੂੰ ਥਰਸਡੇ ਸੀਗਾ ਤੇ 30 ਦਿਨ ਬਾਅਦ ਕਿਹੜਾ ਦਿਨ ਹੋਏਗਾ ਇੱਥੇ? ਫਰਾਈਡੇ। ਯੈਸ অর ਨੋ? ਅਗਲਾ ਦਿਨ ਹੀ ਹੁੰਦਾ ਨਾ। ਆਪਾਂ ਜਦੋਂ ਮਹੀਨੇ ਕਾਊਂਟ ਕਰਦੇ ਆ 30 ਦਿਨਾਂ ਬਾਅਦ ਕਿਹੜਾ ਦਿਨ ਆਂਦਾ? ਉਸ ਤੋਂ ਅਗਲਾ ਦਿਨ ਆਂਦਾ ਨਾ। ਠੀਕ ਹੈ, ਉਸ ਤੋਂ ਅਗਲੇ ਦਿਨ ਆਂਦਾ। ਦੈਟ ਮੀਨਸ ਇਹ ਵਾਲਾ ਆਫਟਰ 30 ਡੇਜ਼ ਕਿੰਨੇ ਕੀ ਹੋ ਜਾਏਗਾ? ਫਰਾਈਡੇ ਹੋ ਜਾਏਗਾ। ਕਲੀਅਰ ਹੈ? ਫਰਾਈਡੇ ਹੋ ਗਿਆ। ਤੇ ਫਸਟ ਨੂੰ ਹਾਂਜੀ ਨੈਕਸਟ ਹਾਂਜੀ 30 ਡੇਜ਼ ਬਾਅਦ ਕੀ ਹੋ ਜਾਏਗਾ? ਫਰਾਈਡੇ ਹੋ ਜਾਏਗਾ। ਬਟ ਤੁਸੀਂ ਧਿਆਨ ਦਿਵੋ ਕਿ ਜਿਹੜਾ ਦੇਖੋ ਇੱਥੇ ਕੀ ਹੋ ਜਾਏਗਾ? ਫਰਾਈਡੇ। ਦੇਖੋ 30 ਦਿਨਾਂ ਬਾਅਦ ਫਰਾਈਡੇ ਹੋਣਾ ਹੈ। ਠੀਕ ਹੈ, ਤੇ ਜਿਹੜਾ 30ਵੇਂ ਦਿਨ ਹੋਏਗਾ ਉਹ ਕੀ ਹੋਏਗਾ? ਸੈਟਰਡੇ। 30ਵੇਂ ਦਿਨ ਕਿਹੜਾ ਹੋ ਗਿਆ? 1 ਮਾਰਚ ਵਾਲਾ। ਇਹ 1 ਮਾਰਚ ਵਾਲਾ ਦਿਨ ਹੋ ਗਿਆ। ਤੇ ਆਪਾਂ 2 ਮਾਰਚ ਦਾ ਦੱਸਣਾ, ਤੇ 2 ਮਾਰਚ ਨੂੰ ਕੀ ਹੋ ਗਿਆ? ਸੰਡੇ। ਕਲੀਅਰ ਹੈ ਜੀ? ਤੇ ਇਹਦਾ ਆਂਸਰ ਮੇਰਾ ਕੀ ਆ ਜਾਏਗਾ? ਸੰਡੇ। ਕਲੀਅਰ ਹੈ? ਚਲੋ ਨੈਕਸਟ ਦੇਖੋ। ਹੁਣ ਉਹਨਾਂ ਨੇ ਨੈਕਸਟ ਕੀ ਗੱਲ ਕੀ ਹੈ? A student got twice as many as wrong sums as he got right। ਦੇਖੋ ਮੈਂ ਇੱਥੇ ਕਰਨ ਲੱਗੀ ਹਾਂ ਇਹਦਾ ਸੋਲਵ। ਉਹ ਕਹਿੰਦੇ ਜਿੰਨੇ ਉਹਨੇ ਰਾਈਟ ਕੀਤੇ ਨਾ, ਸਪੋਜ਼ ਕਰੋ ਰਾਈਟ ਉਹਨੇ ਇੰਨੇ ਕੀਤੇ ਨੇ ਤੇ ਟਵਾਈਸ ਉਹਨੇ ਕੀ ਕਰ ਦਿੱਤੇ? ਉਹਦੇ ਗਲਤ। ਜਿੰਨੇ ਉਹਨੇ ਸਹੀ ਕੀਤੇ ਨੇ ਉਹਦਾ ਦੁੱਗਣਾ ਉਹਨੇ ਕਰ ਦਿੱਤੇ ਗਲਤ, ਉਹਦਾ ਦੁੱਗਣਾ ਉਹਨੇ ਕਰ ਦਿੱਤੇ ਗਲਤ। ਕਲੀਅਰ ਹੈ? If he attempted 48 sums in all, how many did he solve correctly? मतलब वो कह रहे टोटल सम ਉਹਨੇ 48 ਕੀਤੇ। मतलब ਇਹਨਾਂ ਦਾ ਪਲੱਸ 3x = 48, x = 16 ਤੇ x ਮੇਰੇ ਕੋਲ ਕੀ ਹੈ ਐਕਚੁਅਲੀ ਦੇ ਵਿੱਚ? ਕਰੈਕਟ ਵਾਲੇ ਸਮਸ ਨਾ, ਤੇ ਮੇਰਾ 16 ਆਨਸਰ ਆ ਗਿਆ। ਕਲੀਅਰ ਹੈ? ਇੱਥੇ ਆਪਣਾ ਰੀਜ਼ਨਿੰਗ ਵਾਲਾ ਪਾਰਟ ਖਤਮ ਹੁੰਦਾ। ਹੁਣ ਆਪਾਂ ਐਪਟੀਟਿਊਡ ਸੋਲਵ ਕਰਨ ਲੱਗੇ ਆ। ਹਾਂਜੀ ਦੇਖੋ ਇਹਦੇ ਵਿੱਚ ਕੀ ਕਰਨਾ ਹੈ? ਆਪਾਂ ਕਿੰਨੀ ਚੈੱਕ ਕਰਨੀ ਹੈ? 11 ਦੀ ਡਿਵੀਜ਼ਿਬਿਲਟੀ ਚੈੱਕ ਕਰਨੀ। ਮੈਂ ਤੁਹਾਨੂੰ ਸਿਖਾਈ ਸੀ ਨਾ 11 ਦੀ ਡਿਵੀਜ਼ਿਬਿਲਟੀ ਕਿ ਓਡ ਵਾਲੀਆਂ ਪਲੇਸਿਸ ਨੂੰ ਕੀ ਕਰ ਲਓ? ਪਲੱਸ ਕਰ ਲਓ। 4 ਤੇ 2 6, 7 ਤੇ 6 13 ਤੇ 8 21, 13 8 ਹਾਂ 13 ਤੇ 8 8 ਤੇ 11 ਹਾਂਜੀ 21 ਮਾਈਨਸ ਕਿਹਨੂੰ ਕਰਨਾ ਹੈ? 8 ਤੇ 9 ਤੇ 3 12 ਤੇ ਜਦੋਂ ਮੈਨੂੰ ਮਾਈਨਸ ਕੀਤਾ ਮੈਨੂੰ ਕਿੰਨਾ ਆਇਆ? 9 ਆਇਆ। 9 ਨਹੀਂ ਹੋ ਸਕਦਾ, ਕੈਂਸਲ। ਚਲੋ ਹੁਣ ਇਹਨਾਂ ਦਾ 4 3 7 7 14 14 ਤੇ 8 22। ਠੀਕ ਹੈ, 14 ਤੇ 8 ਬਿਲਕੁਲ 22। ਠੀਕ ਹੈ, 8 ਤੇ 2 10 10 ਤੇ 1 11 ਤੇ मतलब मेरे को लेना माइनस मतलब दैट मींस आही हो गया। वाले चेक करने की जरूरत ही नहीं। ठीक है, बहुत सिंपल है। जे तुसी चीजां नूं पढ़ के गए हो तो तुहानूं पता मैक्सिमम हाले तक मैनूं लगदा एक आधा क्वेश्चन होना जिहड़ा मैं तुहानूं करवाया नहीं होया, नहीं तो मेरे डिक्टो करवाए हुए क्वेश्चंस आए हुए ने। नेक्स्ट है द ग्रेटेस्ट पॉसिबल लेंथ। ग्रेटेस्ट पॉसिबल लेंथ कैन बी यूज्ड टू मेजर एग्जैक्टली द लेंथ दिस। ठीक है, बिल्कुल ग्रेटेस्ट पॉसिबल है, दैट मींस यू विल फाइंड द HCF। यस और नो? ठीक है, हाँ जी। ਇਹਨਾਂ ਨੂੰ ਤੁਸੀਂ ਸੈਂਟੀਮੀਟਰ ਦੇ ਵਿੱਚ ਕਨਵਰਟ ਕਰ ਲਓ ਕਿਉਂਕਿ ਤੁਹਾਨੂੰ ਆਨਸਰ ਕਿਹਦੇ ਵਿੱਚ ਦਿੱਤਾ ਹੋਇਆ? ਸੈਂਟੀਮੀਟਰ ਦੇ ਵਿੱਚ। ਇਹ 700 ਸੈਂਟੀਮੀਟਰ ਆ ਜਾਏਗਾ, ਇਹ 385 ਸੈਂਟੀਮੀਟਰ ਆ ਜਾਏਗਾ, ਇਹ 1295 ਸੈਂਟੀਮੀਟਰ ਆ ਜਾਏਗਾ। ਤੁਸੀਂ HCF ਕਿਸੇ ਵੀ ਤਰੀਕੇ ਨਾਲ ਫਾਈਂਡ ਆਊਟ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਆਂਦਾ ਹੈ। ਠੀਕ ਹੈ, ਭਾਵੇਂ ਲੌਂਗ ਡਿਵੀਜ਼ਨ ਅਪਲਾਈ ਕਰ ਦੋ। ਕਿੱਦਾਂ ਕਰੀਦਾ ਸੀਗਾ? ਇਦਾਂ ਕਰਕੇ 2 ਦਾ ਹੋ ਜਾਏਗਾ। ਠੀਕ ਹੈ, 700 ਤੇ ਗਿਆ माइनस कितना 10 5 गए 5, 9 च 9 गए 0, 6 च 5 गए 1। ठीक है, एक कितने चला जाएगा? 5 ते 525 कितना ते मेरा कितना आ गया? 60 नहीं 70। चलो नेक्स्ट फिर करो। 72 से कितना होता है? 140 ते 1 ते जाएगा ਤੇ ਮੇਰਾ ਕਿੰਨਾ ਆ ਗਿਆ? 35 ਤੇ 35 ਨੂੰ ਜੇ ਮੈਂ 70 ਨਾਲ ਕੀਤਾ 2 ਤੇ ਦੈਟ ਮੀਨਸ मतलब ਮੇਰਾ HCF ਇਹਨਾਂ ਦੋਨਾਂ ਦਾ ਕਿੰਨਾ ਆਂਦਾ ਪਿਆ? ਇਹਨਾਂ ਦੋਨਾਂ ਦਾ HCF ਮੇਰਾ ਕਿੰਨਾ ਆਂਦਾ ਪਿਆ? 35। ਹੁਣ ਤੁਸੀਂ ਇਹ ਚੈੱਕ ਕਰ ਲਓ 35 ਦੇ ਨਾਲ ਡਿਵੀਜ਼ੀਬਲ ਹੈਗਾ? ਬਿਲਕੁਲ ਹੈਗਾ। 35 ਦੇ ਨਾਲ ਡਿਵੀਜ਼ੀਬਿਲਟੀ ਚੈੱਕ ਕਰ ਲਓ, ਬਿਲਕੁਲ ਹੈਗਾ। ਤੇ ਸਾਡਾ 35 ਕੀ ਹੋ ਗਿਆ? HCF। ਦਿਸ ਇਜ਼ ਦਾ ਆਨਸਰ।
देखो मैनूं लगदा वध तो वध हले थोड़े जे 17 क्वेश्चन होए ने ते मैनूं लगदा वध तो वध 18 मिनट होए होणगे। हले तुसीं देखो सिर्फ गल की मैं तुहानूं नाल समझा रही हां ते जे यही जे तुसीं खुद सोल्व करोगे तुहाडे वध तो वध 10 मिनट च हो गए होने ने सोल्व। कम टू द नेक्स्ट। यस नेक्स्ट क्वेश्चन देखो देखो इनदे विच तुसीं मैनूं पता अद्धे बच्चे गलत करके आए होवोगे। ए स्क्वायर माइनस बी स्क्वायर मतलब की है आ तुहाडे कोल जेहड़ी पूरी चीज है ना तुहाडे कोल ए बन गई ए की बन गई बी बन गई ए स्क्वायर माइनस बी स्क्वायर फॉर्मूला की हुंदा ए माइनस बी ते ए प्लस बी। ठीक है जदों तुसी ए माइनस बी ए हले तुहाडे कोल ए माइनस बी लिखा गया हले तुसी ए प्लस बी लिखना है ए प्लस बी। मैं सिर्फ तुहाडे लिए लिखे कि तुहानू चीज क्लियर हो जाए जेडे। हाँ जी देखो इन्हां दोनों प्लस करके कितना आ जाएगा 0.758715 9 ते 3 12 ते 13 235। ठीक है माइनस इनू माइनस करके कितना आएगा 17 चो 8 गए मेरे को 9 12 चो 9 गए 3 ते हाँ जी 0.039 क्लियर है ते ओवें उन्होंने सोल्व करके आना बस इन्हां विच माइनस हो जाएगा उन्हां विच प्लस हो जाएगा। ठीक है जी 0.039 नीचे मेरे को की है 0.137 मल्टीप्लाई 0.098 जब मैं इन्हां दोनों माइनस करूंगी तो मेरे को कितना आ जाएगा 0.196। ठीक है मल्टीप्लाई जो मैं इन्हां प्लस करांगी 9 ते 5 14 1 6 ते 1 7 ते 2 274 नीचे कितना आ गया 0.137 मल्टीप्लाई 0.098 पॉइंट्स को इग्नोर कर दो क्योंकि ऊपर नीचे सेम है। इंदी कटिंग करेंगे तो 2 आ जाएगा इंदी कटिंग करेंगे तो 2 आ जाएगा मतलब 4 में आ जाएगा आंसर। ठीक है नेक्स्ट देखो मैं तुहानू चीजां बड़ियां वेरी रीसेंट करवाइयां हुई ने बिल्कुल रीसेंट करवाई हुई है। देखो ऊपर की बनता पिया है 0.8 0.8 0.8 मतलब ए दा क्यूब माइनस बी दा क्यूब ए दा क्यूब माइनस बी दा क्यूब मेरे को फॉर्मूला होता है ए माइनस बी ए स्क्वायर प्लस बी स्क्वायर माइनस प्लस ए बी। ठीक है नीचे वाली चीज ना कटा जाएगा तो दैट मींस मेरे को कितना आ जाएगा ए माइनस बी 0.3 इज माई आंसर। मैं ऑप्शंस लिखनी भूल गई हुई बट 0.3 इज योर करेक्ट आंसर। क्लियर है कम टू द नेक्स्ट क्वेश्चन। हाँ जी देखो 20th हम देखो इन्हां विच दो इक्वेशन वाला सम आ गया अपने कोल। क्लियर है 1/5 ऑफ अ नंबर इज इक्वल टू द ऑफ अ नंबर इज इक्वल टू द 5/8 ऑफ द अदर नंबर मतलब इदा हो गया यस और नो। मैं तो एक्स वाई का रिलेशन बना लवा 25 8 इधर आ जाएगा। ठीक है मतलब 8x माइनस 25y इज इक्वल टू 0 ये मेरे को फर्स्ट इक्वेशन बन गई। ठीक है जी नेक्स्ट देखो वो कहते इफ 35 इज एडेड टू द फर्स्ट नंबर अगर असि 35 फर्स्ट नंबर च ऐड कर दिए इट बिकम्स 4 टाइम्स ऑफ द सेकंड नंबर। क्लियर है इथों मेरी इक्वेशन की बन जाएगी x तुसी इदा ही हाँ x माइनस 4y इज इक्वल टू माइनस 35। मैं माइनस कॉमन करना रहन दवो तुसी इथे नहीं सोल्व करने टाइम पे देख लवांगे 8x माइनस 25y इज इक्वल टू 0। मैं अगर ये वाली पूरी इक्वेशन 8 ना मल्टीप्लाई कर दा कि कोएफिशिएंट सेम हो जान 8x माइनस 32y इज इक्वल टू 8 × 40 24 ਤੇ 280 माइनस ਦਾ 280 साइन चेंज होणगे प्लस ਦਾ माइनस ਦਾ कटिया गया ਇਹਨੂੰ ਜਦੋਂ 32 ਚੋਂ 25 गए 7 ਤੇ ਇਹਦਾ ਕਿੰਨਾ आ गया 280 मतलब y में तो कितना आ गया 40। ठीक है कटना किसी द सेकंड नंबर y 40 एंड 40 इज आवर करेक्ट आंसर। क्लियर है जी मतलब बहुत सिंपल सम्स ने। कम टू द नेक्स्ट नाउ। हाँ जी देखो द सम ऑफ द एज ऑफ ए मैन एंड हिज सन ਉਹਨਾਂ ਦੋਨਾਂ ਦੀ ਏਜ ਕਿੰਨੀ ਹੈ 45। ਠੀਕ ਹੈ 45 ਉਹਨਾਂ ਦਾ ਸਮ ਹੈ। ਸਪੋਜ਼ ਕਰ ਲਓ ਸਨ ਦੀ ਏਜ ਕਿੰਨੀ ਹੈ x ਤੇ ਫਾਦਰ ਦੀ ਏਜ ਕੀ ਹੋ ਜਾਏਗੀ ਪ੍ਰੈਜ਼ੈਂਟ ਏਜ 45 ਮਾਈਨਸ x मतलब ਇਹਨਾਂ ਦੋਨਾਂ ਦਾ ਸਮ ਦਿੱਤਾ ਹੋਇਆ ਸੀ ਇਹੀ ਚੀਜ਼ਾਂ ਹੋ ਜਾਣਗੀਆਂ ਨਾ। ਜੇ ਮੈਂ ਸਨ ਦੀ ਸਪੋਜ਼ ਇਹ ਕਰ ਲਵਾਂ ਤੇ ਫਾਦਰ ਦੀ ਇਹ ਹੋ ਜਾਏਗੀ। ਉਹ ਕਹਿੰਦੇ 5 ਸਾਲ ਪਹਿਲਾਂ the product of their ages was मतलब 5 साल पहला मतलब x माइनस 5। ठीक है प्रोडक्ट 45 माइनस x माइनस 5 कितना प्रोडक्ट है 34। क्लियर है मतलब इथों x माइनस 5 मल्टीप्लाई 40 माइनस x इज इक्वल टू 34। चलो इन्हों सोल्व कर लो तो इक्वेशन बन जाएगी 40x माइनस द x स्क्वायर माइनस द 200 प्लस 5x इज इक्वल टू 34।
क्लियर है जी। माइनस द एक्स स्क्वायर प्लस द 45x ते 34 इधर आके माइनस 34 हो जाएगा, तो इन्ना आ गया। माइनस कॉमन कट के साडे कोल आ गई आ चीज। क्लियर है जी। हुण मेरे को इत्थे की बन जाएगा, मेरे को इत्थे इक्वेशन बनानी है। की बननगे, केड़े दो नंबर्स आएंगे, माइनस 39x माइनस 6x प्लस 234 इज इक्वल टू 0। मतलब x माइनस 39 आ जाएगा ते x माइनस 6 आ जाएगा। ठीक है, x इज इक्वल टू 39, x इज इक्वल टू 6। मतलब कि फादर दी एज ज्यादा हुंदी है, बेटे दी एज कितनी हुंदी, घट हुंदी है। सिंपल जी गल है, फादर दी एज 45 माइनस एक्स है, कि 45 माइनस 6 करोगे तो 39 ही आएगा। ठीक है, 45 माइनस 6 करोगे तो 39 आएगा, मतलब 6 सन दी नहीं होगी एज, तो दैट मीन्स फादर दी एज कितनी होगी, मैन दी एज कितनी होगी, 39। क्लियर है जी। चलो कम टू द नेक्स्ट नाउ। हाँ जी, ए स्टूडेंट स्कोर 55% मार्क्स इन 8 पेपर्स ऑफ 100 each. He scores 15% of his total marks in English. देखो how much does he score in English? Score करनी इंग्लिश दे 55% of 800, मतलब 8 पेपर सीधे 100 मार्क्स ਦੇ ਸੀਗੇ, कितना हो जाएगा 55% of 800 ਦਾ, मतलब 55 upon 100 हो गया। मतलब सीधा परसेंटेज ਦਾ ਇਹਨਾਂ ਕੱਟ ਦੋ, ਸੌਰੀ परसेंटेज ਦੀ ਜ਼ੀਰੋਸ ਦਾ ਕੱਟ ਕੇ ਇਹਨਾਂ ਨੂੰ ਮਲਟੀਪਲਾਈ ਕਰ ਲਓ। 40 मार्क्स, मतलब ਉਹਨੇ obtain कितने मार्क्स, ਉਹਦੇ मार्क्स आए कितने ने 440। ਉਹ ਕਹਿੰਦੇ 15% ਇਹਦੇ ਵਿੱਚੋਂ 15% of 440 ਕਿੰਦੀ ਹੈ, ਇੰਗਲਿਸ਼ ਦੇ ਨਾ ਵਿੱਚੋਂ ਕਹਿੰਦੇ 15% ਇੰਗਲਿਸ਼ ਦੇ ਨੇ। ठीक है, तो 15% किन्ने हो जाएंगे, ये देख लो 15 upon 100 मल्टीप्लाई 440। ਤੇ ਮੈਂ ਇਹਨਾਂ ਨੂੰ ਜਦੋਂ ਸੋਲਵ ਕਰੂੰਗੀ ਮੇਰੇ ਕੋਲ ਆ ਜਾਏਗਾ 15 ਨੂੰ 44 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣਾ ਆ ਜਾਏਗਾ ਇੱਥੇ ਕਰ ਹੀ ਲਵੋ 44 ਨੂੰ 660। ठीक है, 660 आ गए, मतलब 66 मार्क्स ओंदे किन्ने आए ने इंग्लिश चो। ठीक है जी। चलो आ देखो नेक्स्ट क्वेश्चन देखो, मतलब बिल्कुल डिक्टो सेम है, कोई भी चेंजेस नहीं गए इस सम दे विच। ਆਪਾਂ ਬਿਲਕੁਲ ਇਸ ਨਾਲ ਦਾ ਸੇਮ ਸਮ ਸੋਲਵ ਕੀਤਾ ਹੋਇਆ ਹੈ। ਮੈਂ ਤੁਹਾਨੂੰ ਇਹ ਵਾਲਾ ਸਮ ਬਿਲਕੁਲ ਡਿਕਟੋ ਕਰਵਾਇਆ ਹੋਇਆ ਹੈ। ਕਲੀਅਰ ਹੈ ਕਿੱਦਾਂ ਕਰਨਾ ਹੈ, ਮੈਂ ਹੋਪ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਬਿਲਕੁਲ ਇਹ ਸਹੀ ਕਰਕੇ ਆਏ ਹੋਵੋਗੇ। ਦੇਖੋ ਉਹਨਾਂ ਨੇ ਕੀ ਗੱਲ ਕਹੀ ਹੈ, ਪਹਿਲਾਂ ਤਾਂ ਇਹ ਗੱਲ ਵੇਖੋ ਉਹਨਾਂ ਨੇ ਗੱਲ ਕੀ ਕਹੀ ਹੈ, ਇਹ ਗੱਲ ਤੁਸੀਂ ਧਿਆਨ ਨਾਲ ਸਮਝਣੀ ਹੈ। ਉਹਨਾਂ ਨੇ ਗੱਲ ਕਹੀ ਹੈ ਕਿ ਫਰੈਸ਼ ਗ੍ਰੇਪਸ ਕੰਟੇਨ 80% ਵਾਟਰ while dry grapes contain 10% water। that means ਕੀ ਹੈ कि जेड़ा मतलब कुछ वाटर है ते कुछ की है, पल्प है। यही गल है ना, मतलब वो कहते वाटर है ते पल्प है। क्लियर है, वाटर है ते पल्प है। 80% फ्रेश वाले विच दी गल करदे पए आ, ओंदे च 80% वाटर ते पल्प कितना हो गया 20। ठीक है, इंदा मतलब तुहानू कितना आ जाएगा 14। क्लियर है, यही आ गया ना। ठीक है, फ्रेश वाले दा। बट ड्राई वाले दा की कहंदे पए ने, ड्राई वाले दा की कहंदे पए ने कि 10% वाटर है, 10% वाटर ਤੇ 90% पल्प हो गया। ठीक है, मतलब ਇਹਦਾ 1 ਤੇ 9 ਆ ਗਿਆ। ਇੱਕ ਗੱਲ ਮੇਰੀ ਗੱਲ ਸੁਣੋ, ਪਲਪ ਕਦੀ ਚੇਂਜ ਹੋਏਗਾ, ਦੱਸੋ ਪਲਪ ਚੇਂਜ ਹੋ ਸਕਦਾ ਹੈ? ਪਲਪ ਤਾਂ ਸੇਮ ਹੀ ਰਹੇਗਾ, ਇਸ ਕਰਕੇ ਪਲਪ ਨੂੰ ਕਾਂਸਟੈਂਟ ਕਰ ਲਓ। ਕਾਂਸਟੈਂਟ ਕਰਨ ਲਈ ਮੈਨੂੰ 9 ਨਾਲ ਮਲਟੀਪਲਾਈ ਕਰਨਾ ਪਏਗਾ। ਜੇ ਮੈਂ ਇਹਨੂੰ 9 ਨਾਲ ਮਲਟੀਪਲਾਈ ਕਰਦੀ ਤੇ ਮੈਨੂੰ ਇਹਨੂੰ ਵੀ ਕਰਨਾ ਪਏਗਾ। ਦੈਟ ਮੀਨਸ ਕੀ ਹੋ ਗਿਆ 36 ਤੇ 9 ਤੇ ਨੀਚੇ 9 ਤੇ 1 ਦਿੱਤਾ ਹੋਇਆ ਹੈ। ਕਲੀਅਰ ਹੈ, ਮੈਂ ਪਲਪ ਕਿਆ ਕਰ ਲਿਆ, ਆ ਮੇਰੇ ਕੋਲ ਵਾਟਰ ਹੈ, ਆ ਮੇਰੇ ਕੋਲ ਪਲਪ ਹੈ। ਕਲੀਅਰ ਹੈ ਜੀ। देखो की गल कही उन्होंने सानू की दिता होया है, इफ द वेट ऑफ द ड्राई ग्रेप्स की क्वांटिटी कितनी होगी 10। ठीक है, देखो 10 होगी, मतलब 10 किंदे इक्वल दी हुई है 250 दे, एक किंदे इक्वल आ गई 25 दे। ठीक है, कि इन्हां दोनों दी कितनी है 45, इन्हां दोनों दी कितनी है 45। 45 ਨੂੰ ਜਦੋਂ ਮੈਂ 25 ਨਾਲ ਮਲਟੀਪਲਾਈ ਕਰਾਂਗੀ ਮੇਰੇ ਕੋਲ 1125 ਕੀ ਆ ਜਾਏਗਾ, ਆਨਸਰ ਆ ਜਾਏਗਾ। क्लियर है जी। इदा करना सी आप बिल्कुल डिक्टो सम इदा दा कीता होया है, इदा दा भी डिक्टो सम मैं तुहानू करवाए हुए ने। देखो तुहाडे करवाए हुए सम दे विच आया होया है। कम टू द नेक्स्ट। हाँ जी, ये मैथ बोर्ड देखो आ भी सेम क्वेश्चन आया होया, सेम क्वेश्चन मैं तुहानू चीज़ां करवाईयां होईयां जिहड़ियां तुहानू एग्जाम दे विच आईयां होईयां ने। ठीक है जी, हुण इहदे विच उन्होंने की गल कही है, ये मैन बोट एप्पल्स एट द रेट, एक पासे मैं क्या सी रेट लिख लो, एक पासे की लिख लो क्वांटिटी लिख लो। ठीक है, मैं यही गल की सी, रेट किन्ने 34 रुपए दे उन्हें किन्ने खरीदे ने 8। ठीक है, एक ही है कॉस्ट प्राइस होंदी। क्लियर है, सेलिंग प्राइस होंदी किन्नी होगी
1257 ਦੀ, ਠੀਕ ਹੈ। ਹਾਊ ਮੈਨੀ ਐਪਲ ਸ਼ੁਡ ਬੀ ਸੋਲਡ ਟੂ अर्न ए नेट प्रॉफिट ऑफ ₹45। ਦੇਖੋ ਤੁਸੀਂ ਇਹਦੇ ਵਿੱਚ ਪਹਿਲਾਂ ਇਹਦੀ ਕਟਿੰਗ ਕਰੋ, ਇਹ 17 ਤੇ ਇਹ 4, ਇਹ ਕਿੰਨੇ ਤੇ ਜਾਏਗਾ, 3 ਦੇ ਟੇਬਲ ਤੇ ਚਲਾ ਜਾਏਗਾ, 3 1 3 19 ਤੇ ਇਹ 4, ਕੁਆਂਟੀਟੀ ਸੇਮ ਹੋਗੀ, ਠੀਕ ਹੈ। ਜੇ 4 ਤੇ ਤੁਹਾਨੂੰ ਪ੍ਰੋਫਿਟ ਹੋ ਰਿਹਾ ਕਿੰਨਾ, 45 ਰੁਪਏ, ਠੀਕ ਹੈ। ਜੇ 4 ਤੇ ਤੁਹਾਨੂੰ ਪ੍ਰੋਫਿਟ ਹੋ ਰਿਹਾ, ਨਹੀਂ ਸੌਰੀ ਦੇਖੋ ਪ੍ਰੋਫਿਟ ਸੱਚ ਕਿੱਦਾਂ ਹੁੰਦਾ, ਸੌਰੀ ਪ੍ਰੋਫਿਟ ਹੁੰਦਾ ਸਾਡਾ ਸੈਲਿੰਗ ਪ੍ਰਾइस ਮਾਈਨਸ ਕੋਸਟ ਪ੍ਰਾइस, ਠੀਕ ਹੈ। ਸਾਨੂੰ ਪ੍ਰੋਫਿਟ ਦਿੱਤਾ ਹੋਇਆ 2 ਤੇ ਪ੍ਰੋਫਿਟ ਹੋ ਰਿਹਾ 45 ਰੁਪਏ, ਠੀਕ ਹੈ। 2 ਤੇ 45 ਹੋ ਰਿਹਾ ਹੈ ਤੇ 4 ਕੁਆਂਟੀਟੀ ਹੈ, ਇੱਥੇ ਮੇਰੀ 4 ਕੁਆਂਟੀਟੀ ਆ ਗਈ ਨਾ, ਤੇ ਮੈਨੂੰ 4 ਤੇ ਕਿੰਨੀ ਹੋ ਜਾਏਗੀ, ਜੇ 2 ਤੋਂ ਇਹ 4 ਡਬਲ ਹੋ ਰਿਹਾ ਮਤਲਬ ਮਲਟੀਪਲਾਈ 2 ਹੋ ਰਿਹਾ, ਤੇ ਮੈਨੂੰ ਵੀ 2 ਨਾਲ ਮਲਟੀਪਲਾਈ ਕਰ ਦੂੰਗੀ ਤੇ ਮੇਰੇ ਕੋਲ ਕਿੰਨੇ ਹੋ ਗਏ, ਮਤਲਬ 90। ਕਲੀਅਰ ਹੈ, ਮਤਲਬ ਉਹਨੇ ਇੰਨੇ ਵੇਚੇ ਨੇ ਜਿੰਨਾ ਉਹਨੂੰ 45 ਦਾ ਪ੍ਰੋਫਿਟ ਹੋਇਆ। ਕਲੀਅਰ ਹੈ ਜੀ, ਕਿੱਦਾਂ ਸਿੰਪਲ ਸੇ ਬਿਲਕੁਲ ਡਿਟੋ ਕੁਐਸਚਨ ਕੀਤਾ ਹੋਇਆ। ਕਮ ਟੂ ਦ ਨੈਕਸਟ। Yes, Sohan bought scooter for a certain sum of money। ध्यान ਨਾਲ ਸਮਝਣਾ, ਥੋੜਾ ਜਿਹਾ ਟੇਢਾ ਜਿਹਾ ਸਮ ਹੈ ਬਹੁਤ ਸੌਖਾ ਪਰ ਟੇਢਾ ਜਿਹਾ। ਸੋਹਨ ਨੇ ਇੱਕ ਸਕੂਟਰ ਬੋਟ ਕੀਤਾ, ਠੀਕ ਹੈ, ਮਤਲਬ ਖਰੀਦਿਆ, ਠੀਕ ਹੈ, ਕੁਝ ਮਨੀ ਦਾ। he spent 10% of the cost on repairs। ਉਹ ਕਹਿੰਦੇ ਉਹਨੇ 10% ਕੋਸਟ ਰਿਪੇਅਰ ਤੇ ਵੀ ਲਗਾਈ, ਮਤਲਬ ਉਹਦੇ ਕੋਲ 2 ਕੋਸਟਾਂ ਬਣ ਗਈਆਂ, ਜੀ ਕੋਸਟ ਪ੍ਰਾਈਸ ਉਹਦੇ ਕੋਲ 2 ਬਣ ਗਈਆਂ। ਐਂਡ ਸੋਲਡ ਦ ਸਕੂਟਰ ਫॉर a profit of ₹1100। ਹਾਊ ਮਚ ਡਿਡ ਹੀ ਸਪੈਂਡ ਔਨ ਰਿਪੇਅਰਸ, ਉਹਨੇ ਕਿੰਨਾ ਰਿਪੇਅਰ ਤੇ ਸਪੈਂਡ ਕੀਤਾ, ਇਫ ਹੀ ਮੇਡ ਅ ਪ੍ਰੋਫਿਟ ਆਫ 20%, ਮਤਲਬ 20% ਕਿੰਨੇ ਇਕੁਅਲ ਦਿੱਤਾ ਹੋਇਆ 1100 ਦੇ, ਠੀਕ ਹੈ। ਇਹ ਪ੍ਰੋਫਿਟ ਹੈ, ਪ੍ਰੋਫਿਟ ਹੀ ਗਿਵਨ ਹੈ ਨਾ ਦੋਨੋਂ ਸਾਨੂੰ, ਕਿਉਂਕਿ ਕੋਈ ਵੀ ਮਨੀ ਗਿਵਨ ਨਹੀਂ ਗੀ ਮੈਨੂੰ। ਜੇ ਮੈਂ 100% ਵੇਖਾਂ, 100% ਕੋਸਟ ਬਣਾਣੀ ਹੋਵੇ ਤੇ ਮੈਨੂੰ ਮਲਟੀਪਲਾਈ 5 ਨਾਲ ਮਤਲਬ 100%, ਅਗਰ ਇੱਧਰ ਕਰੂੰਗੀ ਤਾਂ ਇੱਧਰ ਵੀ ਕਰਨਾ ਪਏਗਾ, ਮਤਲਬ 100% ਤੇ ਜੇ ਮੈਂ 100% ਕੋਸਟ ਪ੍ਰਾਈਸ ਲੈ ਲਵਾਂ ਤੇ ਮਤਲਬ ਕੋਸਟ ਪ੍ਰਾਈਸ ਕਿੰਨੀ ਬਣ ਗਈ 5500 ਐਕਚੁਅਲੀ ਦੇ ਵਿੱਚ। ਪਰ ਮੇਰੀ ਇੱਕ ਗੱਲ ਧਿਆਨ ਰੱਖਣਾ, ਉਹਨੂੰ 2 ਕੋਸਟਾਂ ਪਈਆਂ ਨੇ, ਇੱਕ ਪਈ ਹੈ, ਇੱਕ ਸਪੋਜ਼ ਕਰ ਲਓ ਇਨੀਸ਼ੀਅਲ ਕੋਸਟ ਜਿਹੜੀ ਉਹਨੇ ਪੇ ਕੀਤੀ ਪਲੱਸ ਰਿਪੇਅਰ ਵਾਲੀ ਕੋਸਟ। ਕਲੀਅਰ ਹੈ, 2 ਕੋਸਟਾਂ ਪਈਆਂ ਨੇ ਨਾ, ਠੀਕ ਹੈ। ਦੋਨੋਂ ਕੋਸਟਾਂ ਕਿੰਦੇ ਇਕੁਅਲ ਹੈ, 5500 ਦੇ ਇਕੁਅਲ ਹੈ, ਠੀਕ ਹੈ। ਇਨੀਸ਼ੀਅਲ ਕੋਸਟ ਸਪੋਜ਼ ਕਰ ਲਓ x ਹੈ, ਇਹ ਕਿੰਨੀ ਹੋਗੀ, ਫਿਰ ਉਹਨਾਂ ਨੇ ਕਿੰਨੀ ਗੱਲ ਕੀ 10% ਆਫ x, ਇਹੀ ਗੱਲ ਹੀ ਕਹੀ ਹੈ ਨਾ, ਯੈਸ অর ਨੋ। 10% ਮੇਰੇ ਕੋ ਕੀ ਹੋ ਜਾਊਗਾ, ਇੱਥੇ ਲਿਖ ਹੀ ਲਵੋ ਡਾਇਰੈਕਟਲੀ 1/10, ਠੀਕ ਹੈ। ਮਤਲਬ ਇਹ ਮੇਰੇ ਕੋ ਕਿੰਨਾ ਆ ਜਾਏਗਾ 11x ਇਜ਼ ਇਕੁਅਲ ਟੂ ਇੰਨਾ, ਮੇਰੀ ਕਟਿੰਗ ਕਿੰਨਾ ਆ ਜਾਏਗਾ 5000, ਮਤਲਬ ਮੇਰਾ x ਆ ਗਿਆ 5000, ਠੀਕ ਹੈ। x ਮਤਲਬ ਐਕਚੁਅਲੀ ਦੇ ਵਿੱਚ ਕੋਸਟ ਪਈ ਹੈ, ਜਿਹੜੀ ਐਕਚੁਅਲੀ ਦੇ ਵਿੱਚ ਉਹਦਾ ਜਿਹੜਾ ਪੈਸਾ ਜੇਬ ਚੋਂ ਗਿਆ, ਠੀਕ ਹੈ। ਆਪਾਂ ਕੱਢਣਾ ਕੀ ਹੈ ਕਿ ਉਹਨੂੰ ਰਿਪੇਅਰ ਤੇ ਕਿੰਨੀ ਕੋਸਟ ਪਈ ਹੈ, ਰਿਪੇਅਰ ਤੇ ਕਿੰਨੀ ਪਈ ਹੈ, ਇਹਦਾ 10% ਪਈ ਹੈ, ਇਹਦਾ 10% ਕਿੰਨਾ ਹੁੰਦਾ ਸਾਡੇ ਕੋਲ 500, ਤੇ ਇਹ ਸਾਡੇ ਕੋਲ ਕੀ ਆ ਗਿਆ ਆਨਸਰ। ਕਲੀਅਰ ਹੈ ਜੀ, ਕਮ ਟੂ ਦ ਨੈਕਸਟ। ਯੈਸ, ਇਹਦਾ ਬਹੁਤ ਸੌਖੇ ਕੁਐਸਚਨਸ ਹੈ, ਆਪਾਂ ਇਹ ਵੀ ਕੀਤੇ ਹੋਏ ਨੇ। x 7 ਹੈ, y 3 ਹੈ, डायरेक्टली पुट कर दो, 7 3 is 21, y ਦਾ ਸਕੁਅਰ 9, ठीक है, x स्क्वायर 49 माइनस 9 30/40 मतलब 3/4। कितना सिंपल सीगा। चलो नेक्स्ट देखो 2/3 a इज इक्वल टू 75% ऑफ b। क्लियर है जी, ਅਸੀਂ a ਤੇ b ਦੀ ਐਕਚੁਅਲੀ ਵਿੱਚ ਕੀ ਕੱਢਣੀ ਹੈ, ਰੇਸ਼ੋ ਹੀ ਕੱਢਣੀ ਹੈ, ਠੀਕ ਹੈ। ਇਹਨਾਂ ਦੀ ਕਟਿੰਗ ਹੁੰਦੀ ਪਈ ਹੈ, ਇਹਨਾਂ ਦੀ ਕਟਿੰਗ ਐਦਾਂ ਹੀ ਹੁੰਦੀ ਪਈ ਹੈ। 3 ਆ ਜਾਏਗਾ ਤੇ 4 ਆ ਜਾਏਗਾ, ਠੀਕ ਹੈ। ਇੱਥੇ 3 ਵੈਸੇ 3/4 ਹੀ ਹੁੰਦਾ, ਤੁਹਾਨੂੰ ਪਤਾ ਹੀ ਹੈ। क्लियर है, ਤੇ a/b ਜੇ ਮੈਂ ਲਿਖਣਾ ਹੋਵੇ ਤੇ ਮੈਂ ਕਿੱਦਾਂ ਲਿਖੂੰਗੀ 9/8 ਐਂਡ ਦਿਸ ਇਜ਼ ਮਾਈ ਆਨਸਰ। ਕਲੀਅਰ ਹੈ ਜੀ, ਯੈਸ অর ਨੋ। ਕਮ ਟੂ ਦ ਨੈਕਸਟ। ਹਾਂਜੀ ਨੈਕਸਟ ਦੇਖੋ, ਇਹਦੇ ਵਿੱਚ ਆਪਾਂ ਬਿਲਕੁਲ ਇਹ ਵਾਲੇ ਸਮਸ ਵੀ ਕੀਤੇ ਹੋਏ ਨੇ ਔਰ ਬਹੁਤ ਆਸਾਨ ਵੀ ਆਏ ਨੇ, ਠੀਕ ਹੈ। ਕੁਝ ਵੀ ਮੈਨੂੰ ਇਹਦੇ ਵਿੱਚ ਡਿਫਿਕਲਟ ਨਹੀਂ ਲੱਗਾ, ਮੈਨੂੰ ਬਸ ਇੰਨੀ ਖੁਸ਼ੀ ਹੈ ਕਿ ਮੇਰੇ ਕਰਵਾਈਆਂ ਹੋਈਆਂ ਚੀਜ਼ਾਂ ਆਈਆਂ ਤੁਹਾਨੂੰ, ठीक है जी। देखो की हो रहा है ਇਹਦੇ ਵਿੱਚ ਕੀ ਹੋ ਰਿਹਾ, work done by A in 1 day is half of the work done by B। मतलब A ਤੇ B, ਜੇ A ਅੱਧ ਕਰ ਰਿਹਾ B ਨਾਲੋਂ, ਕਲੀਅਰ ਹੈ, A ਅੱਧ ਕਰ ਰਿਹਾ B ਨਾਲੋਂ, work done by B is half of B ਅੱਧ ਕਰ ਰਿਹਾ, B ਅੱਧ ਕਰ ਰਿਹਾ C ਨਾਲੋਂ, मतलब B ਤੁਸੀਂ ਕਹਿ ਲਓ ਅੱਧ ਕਰ ਰਿਹਾ, ਅੱਧ मतलब 1 ਕਰ ਰਿਹਾ ਇਹਦੇ ਨਾਲੋਂ। ਕਲੀਅਰ ਹੈ, ਆਪਾਂ ਇਹਨੂੰ ਕਿੱਦਾਂ ਲਿਖ ਸਕਦੇ, ਜੇ ਮੈਨੂੰ 1 ਤੋਂ ਇਦਾਂ ਲਿਖ ਲਵਾਂ,
ਇਹਨੂੰ ਆਪਾਂ ਇਦਾਂ ਸੋਲਵ ਕਰੀਏ 1 2 ਤੇ 4 ਇਹ A B ਤੇ C ਦੀ ਰੇਸ਼ੋ ਨਹੀਂ ਆ ਗਈ ਕਲੀਅਰ ਹੈ ਠੀਕ ਹੈ A B ਨਾਲ ਵੱਧ ਕਰਦਾ ਪਿਆ ਤੇ B C ਨਾਲ ਵੱਧ ਕਰਦਾ ਪਿਆ ਸਾਡੀ ਰੇਸ਼ੋ ਆ ਬਣੂਗੀ ਕਲੀਅਰ ਹੈ ਇੰਨੀ ਗੱਲ ਚਲੋ ਨੈਕਸਟ ਉਹਨਾਂ ਨੇ ਗੱਲ ਕੀ ਕਹੀ ਹੈ ਉਹ ਕਹਿੰਦੇ if C alone can the work in 7 days alone work ਮਤਲਬ in 7 days ਠੀਕ ਹੈ ਕਹਿੰਦੇ ਜੇ C alone ਮਤਲਬ 4 ਕਰ ਰਿਹਾ 7 ਦਿਨਾਂ ਦੇ ਵਿੱਚ ਠੀਕ ਹੈ 4 ਕੰਮ ਕਰ ਰਿਹਾ ਤੇ ਇੱਕ ਦਿਨ ਚ ਕਿੰਨਾ ਕਰੇਗਾ 7/4 yes or no ਸੌਰੀ 7 ਡੇਜ਼ ਦੇ ਵਿੱਚ ਇਦਾਂ ਨਹੀਂ ਉਹਨਾਂ ਨੇ ਕੀ ਗੱਲ ਕਹੀ ਹੈ ਕਿ ਅਗਰ C ਵਰਕ ਕਰ ਰਿਹਾ 7 ਦਿਨਾਂ ਦੇ ਵਿੱਚ 4 ਕੰਮ ਕਰਦਾ ਪਿਆ ਤੇ ਇੱਕ ਦਿਨ ਦੇ ਵਿੱਚ ਕਿੰਨਾ ਕਰੇਗਾ ਕਿਉਂਕਿ ਟਾਈਮ ਮੈਂ ਤੁਹਾਨੂੰ ਕਿਹਾ ਸੀ ਟੋਟਲ ਕੁਆਂਟੀਟੀ ਅਪਨ ਟਾਈਮ ਹੁੰਦਾ ਕਲੀਅਰ ਹੈ ਜੀ ਇਹ ਚੀਜ਼ ਹੁੰਦੀ ਹੈ ਹੁਣ ਉਹ ਕਹਿੰਦੇ ਸਾਰੇ ਜਣੇ ਇਕੱਠੇ ਕਿੰਨੇ ਦਿਨ ਕੰਮ ਕਰਨਗੇ ਇੱਕ ਦਾ ਇੰਨਾ ਆ ਗਿਆ ਹੁੰਦਾ ਇਕੱਠਾ ਇਹਨਾਂ ਦਾ ਕਿੰਨਾ ਬਣਦਾ 7 ਮਤਲਬ 4/7 ਮਲਟੀਪਲਾਈ 7 ਮਤਲਬ 4 ਡੇਜ਼ ਦੇ ਵਿੱਚ ਕੰਮ ਕੰਪਲੀਟ ਕਰ ਲੈਣਗੇ ਕਿੰਨਾ ਈਜ਼ੀ ਸੀ ਆਪਾਂ ਬਿਲਕੁਲ ਕੀਤੇ ਹੋਏ ਨੇ ਇਦਾਂ ਦੇ ਕੁਐਸਚਨਸ ਕਮ ਟੂ ਦਾ ਨੈਕਸਟ ਹਾਂਜੀ ਦੇਖੋ A ਕੈਨ ਕੰਪਲੀਟ A ਇੱਕ ਕੰਮ ਕਰਦਾ ਪਿਆ 18 ਦਿਨਾਂ ਵਿੱਚ B 20 ਤੇ C ਕਰਦਾ ਪਿਆ 30 ਦਿਨਾਂ ਦੇ ਵਿੱਚ ਟੋਟਲ ਵਰਕ ਕੱਢੋ ਪਹਿਲਾਂ ਤਾਂ ਸਭ ਨਾਲ ਸਾਡੀ ਵੇਲੇ ਟੋਟਲ ਕੰਮ ਹੁੰਦਾ ਹੈ ਕਿ ਟੋਟਲ ਕਿੰਨਾ ਆਉਂਦਾ 180 ਆਏਗਾ ਇਹਦਾ LCM 10 9 ਤੇ 6 ਇੰਨਾ ਆ ਗਿਆ ਫਿਰ ਉਹਨਾਂ ਨੇ ਕੀ ਗੱਲ ਕਹੀ ਹੈ ਕਿ B and C together start the work and are forced to leave after 2 days मतलब B ਤੇ C ਨੇ ਸਿਰਫ 2 ਦਿਨ ਕੰਮ ਕੀਤਾ B ਤੇ C ਦਾ ਕੰਮ ਕਿੰਨਾ ਹੈ 9 ਤੇ 6 15 ਠੀਕ ਹੈ 15 2 ਦਿਨ ਕੰਮ ਕੀਤਾ मतलब 30 ਕੰਮ ਕੰਪਲੀਟ ਕਰ ਲਏ ਠੀਕ ਹੈ ਰਿਮੇਨਿੰਗ ਕਿੰਨਾ ਰਹਿ ਗਿਆ ਰਿਮੇਨਿੰਗ ਵਾ ਕਿੰਨਾ ਰਹਿ ਗਿਆ 150 ਠੀਕ ਹੈ ਹੁਣ ਉਹ ਕਹਿੰਦੇ 150 ਕੰਮ A ਅਲੋਨ ਕਿੰਨੇ ਦਿਨਾਂ ਦੇ ਵਿੱਚ ਕਰ ਲੇਗਾ ਜੇ A ਰੋਜ਼ ਦੇ 10 ਸਮੋਸੇ ਖਾਂਦਾ ਪਿਆ ਤੇ 150 ਸਮੋਸੇ ਕਿੰਨੇ ਦਿਨਾਂ ਦੇ ਵਿੱਚ ਖਾਏਗਾ 150/10 मतलब 15 ਸਮੋਸੇ ਖਾਏਗਾ ਕਿੰਨਾ ਸਿੰਪਲ ਸੀ ਇਹ ਆਪਾਂ ਹਲੇ ਰੀਸੈਂਟਲੀ ਕੀਤੇ ਨੇ ਠੀਕ ਹੈ ਕਮ ਟੂ ਦਾ ਨੈਕਸਟ Yes, come to this question. ਉਹਨਾਂ ਨੇ ਕੀ ਗੱਲ ਕਹੀ ਹੈ an aeroplane flies twice as fast as train which covers 60 km in 80 minutes मतलब 60 ਕਿਲੋਮੀਟਰ ਦੇ ਵਿੱਚ 80 ਮਿੰਟਸ ਕਵਰ ਕਰ ਰਹੀ ਆ ਉਹ ਤੇ 1 ਕਿਲੋਮੀਟਰ ਦੇ ਵਿੱਚ ਕਿੰਨੀ ਕਰੇਗੀ 80/60 ਇਹਨੀ ਦਾ ਗੱਲ ਕਲੀਅਰ ਹੈ ਮਤਲਬ 4/3 ਕਵਰ ਕਰੇਗੀ ਠੀਕ ਹੈ what will ਇਹ ਇੱਥੇ ਆਣਾ what distance will the aeroplane cover in 20 minutes aeroplane twice ਕਰ ਰਿਹਾ ਬਟ ਹਾਲੇ ਮੇਰੇ ਕੋ ਫੁੱਲ ਨਹੀਂ ਹੋਇਆ ਮੇਰੇ ਕੋਲ ਐਕਚੁਅਲੀ ਵਿੱਚ ਸਪੀਡ ਦਾ ਫਾਰਮੂਲਾ ਕੀ ਹੁੰਦਾ ਹੈ distance upon time distance ਮੇਰੇ ਕੋ ਕਿੰਨਾ ਹੈ 60 टाइम मेरे को आ गया ना एक साल टाइम ही हो गया कि किलोमीटर से कवर कर रहा है तो टाइम नु ਆਪਾਂ ਕਿੱਦਾਂ ਲਿਖਾਂਗੇ 3 ਆਏਗਾ नीचे ऊपर 4 आ जाएगा कटिंग हो गई 20 मतलब स्पीड ਇਹਦੀ ਕਿੰਨੀ ਹੈ एक्चुअली 80 किलोमीटर पर आवर ਦੀ स्पीड है ठीक है 60 into sorry देखो ਕੀ ਆਏਗਾ 60/4/3 आना है मतलब 60 into 3/4 ਇਦਾਂ ਆਏਗੀ ਚੀਜ਼ ठीक है इतना आएगी चीज और नीचे मैंने ऊपर लिखने से कंफ्यूजन होगी 2 30 15 मतलब 45 किलोमीटर पर आवर दी स्पीड है इनदी ठीक है एरोप्लेन दी स्पीड फिर ये कितनी है ट्रेन दी स्पीड है एरोप्लेन दी स्पीड कितनी होगी एरोप्लेन ट्वाइस कर रहे हैं ट्वाइस मतलब मल्टीप्लाई मतलब 90 किलोमीटर पर आवर दी स्पीड है ठीक है वो कहंदे एरोप्लेन दी स्पीड इन्नी है ते वो 20 मिनट्स दे विच कितना कवर कर रहा है देखो एरोप्लेन की कितनी होगी स्पीड देखो 60 विच 90 कर रहा हो 60 विच 90 कर रहा है ठीक है ट्वाइस कर रहा है ना उन्होंने कहा सेम डिस्टेंस कवर कर रहा है पर सेम डिस्टेंस ट्वाइस टाइम कवर कर रहा है तो एक दे विच कितने करेगा 90/60 ते 20 मिनट विच कितना कवर करेगा 90/60 मल्टीप्लाई 20 इनकी कटिंग कर दोगे ठीक है 6 दे टेबल ते कटिंग 3 2 ते मतलब 30 इनकी 30 आ गई तो साडा आंसर कितना है 30 क्लियर है जी यस और नो चलो हाँ जी बाकी दे क्वेश्चंस पेंडिंग है हल्ले ਉਹ ਮੈਂ ਤੁਹਾਨੂੰ ਨੈਕਸਟ ਪਾਰਟ ਵਿੱਚ ਤੁਹਾਨੂੰ ਡਿਸਕਸ ਕਰਾਂਗੀ ਔਰ ਮੈਂ ਤੁਹਾਨੂੰ ਇੱਥੇ ਕੱਲੇ ਆਨਸਰਸ ਨਹੀਂ ਦੱਸੇ ਠੀਕ ਹੈ ਮੈਂ ਤੁਹਾਨੂੰ ਇੱਥੇ ਟੋਟਲੀ ਡਿਟੇਲਿੰਗ ਦੇ ਵਿੱਚ ਕਰਵਾਏ ਨੇ ਕਿ ਕਿੱਦਾਂ ਸੋਲਵ ਕਰਨੇ ਸੀ ਕਿਉਂਕਿ ਜਿਹੜੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਵਾਂ ਹਿੰਟ ਦੇ ਦਿੰਨੀ ਆ ਕਿ ਜਿਹੜੇ ਪੰਜਾਬ ਦੇ ਐਗਜ਼ਾਮਸ ਹੁੰਦੇ ਆ ਨਾ ਜਿਹੜਾ ਇੱਕ ਐਗਜ਼ਾਮ ਹੋ ਗਿਆ ਅਗਲੇ ਐਗਜ਼ਾਮਸ ਦੇ ਵਿੱਚ ਵੀ ਉਸੇ ਬਿਹਾਫ ਤੇ ਹੀ ਕੁਐਸਚਨਸ ਆਉਂਦੇ ਨੇ ਇਸ ਗੱਲ ਦਾ ਧਿਆਨ ਰੱਖਣਾ ਮੈਨੂੰ ਇਹ ਹੈ ਕਿ ਚਲੋ ਤੁਹਾਡੇ ਐਗਜ਼ਾਮ ਜਿੱਦਾਂ ਦਾ ਮਰਜ਼ੀ ਹੋ ਗਿਆ ਜਿਹੜੇ ਤੁਹਾਡੇ ਇਹਦੇ ਵਿੱਚ ਡਰਾਬੈਕਸ ਰਹਿ ਗਏ ਆ ਅਪਕਮਿੰਗ ਐਗਜ਼ਾਮਸ ਦੇ ਵਿੱਚ ਤੁਸੀਂ ਉਹਨਾਂ ਨੂੰ ਕਵਰ ਕਰ ਪਾਓ ਤਾਂ ਮੈਂ ਤੁਹਾਨੂੰ ਸੋਲਵ ਕਰਵਾ ਰਹੀ ਹਾਂ ਠੀਕ ਹੈ ਜੀ ਚਲੋ ਕੱਲ ਮਿਲਦੇ ਆ ਕੱਲ ਮੈਂ ਤੁਹਾਨੂੰ ਨੈਕਸਟ ਪਾਰਟ ਵੀ ਤੁਹਾਡਾ ਅਪਲੋਡ ਹੋ ਜਾਏਗਾ ਠੀਕ ਹੈ ਚਲੋ ਟੇਕ ਕੇਅਰ